करदा स्टार्ट जी। सत श्री अकाल जी। मैं डिप्टी कमिश्नर ਅੰਮ੍ਰਿਤਸਰ बोल रहा। जिस तरह तुसीं जानते हैं कि हर हफ्ते ਅਸੀਂ बुधवार कोविड-19 ਨੂੰ ਲੈ ਕੇ ਆਪਣੇ ਸ਼ਹਿਰ ਵਾਸੀਆਂ ਦੇ ਨਾਲ ਮੁਖਾਤਬ ਹੁੰਦੇ ਹਾਂ। ਉਹਦੇ 'ਚ ਹੁਣ ਤੱਕ ਦੀ कोविड-19 ਨੂੰ ਲੈ ਕੇ ਕੀ ਸਥਿਤੀ ਹੈ, ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਲਈ ਕੀ ਉਪਰਾਲੇ ਕਰ ਰਹੇ ਹਾਂ, ਆਮ ਜਨਤਾ ਤੋਂ ਕਿਸ ਤਰੀਕੇ ਦਾ ਸਾਨੂੰ ਸਹਿਯੋਗ ਚਾਹੀਦਾ ਹੈ, ਇਹਦੇ ਬਾਰੇ ਅਸੀਂ ਹਰ ਹਫਤੇ ਤੁਹਾਡੇ ਨਾਲ ਜਿਹੜੀ ਇਹ ਗੱਲਬਾਤ ਕਰਦੇ ਹਾਂ। ਸੋ ਇਸ ਵਾਰੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਹੁਣ ਤੱਕ ਦਾ ਜਿਹੜਾ ਆਪਣਾ ਸਟੇਟਸ ਹੈ ਅੰਮ੍ਰਿਤਸਰ ਜ਼ਿਲ੍ਹੇ ਦਾ, ਉਹਦੇ 'ਚ ਆਪਾਂ ਹੁਣ ਤੱਕ ਪੂਰੇ ਜ਼ਿਲ੍ਹੇ 'ਚ ਪਿਛਲੇ 4-5 ਮਹੀਨੇ ਤੋਂ ਲੈ ਕੇ ਤਕਰੀਬਨ 63,000 ਦੇ ਕਰੀਬ ਆਪਾਂ ਸੈਂਪਲ ਲੈ ਚੁੱਕੇ ਹਾਂ। ਔਰ ਇਸ ਸੈਂਪਲਿੰਗ ਕਰਨ ਤੋਂ ਬਾਅਦ ਜਿਹੜੇ ਪੋਜ਼ਿਟਿਵ ਜਿਹੜੇ ਪੇਸ਼ੈਂਟ ਹੈ, ਤਕਰੀਬਨ 2574 ਦੇ ਕਰੀਬ ਆਪਣੇ ਪੇਸ਼ੈਂਟਸ ਜਿਹੜੇ ਸੀ ਉਹ ਪੋਜ਼ਿਟਿਵ ਆਏ ਹੈ। ਔਰ ਚੰਗੀ ਗੱਲ ਇਹ ਹੈ ਕਿ 1957 ਲੋਕ ਜਿਹੜੇ ਨੇ ਜਿਹੜੇ ਕੋਵਿਡ ਤੋਂ ਪ੍ਰਭਾਵਿਤ ਹੋਏ ਸੀ ਉਹ ਸਿਹਤਯਾਬ ਹੋ ਕੇ ਆਪਣੇ ਆਪਣੇ ਘਰਾਂ 'ਚ ਜਿਹੜੇ ਹੈ ਵਾਪਸ ਚਲੇ ਗਏ ਨੇ। ਔਰ ਉਹਨਾਂ 'ਚੋਂ ਐਕਟਿਵ ਕੇਸ ਜਿਹੜੇ ਇਸ ਵੇਲੇ ਅੱਜ ਦੇ ਦਿਨ ਤੱਕ ਆਪਣੇ ਕੋਲ ਹੈਗੇ ਨੇ ਉਹ 514 ਨੇ। ਅਨਫੋਰਚੂਨੇਟਲੀ ਜਿਹੜੀ ਹੈ ਤਕਰੀਬਨ 92 ਲੋਕਾਂ ਦੀ ਜਿਹੜੀ ਹੈ ਹੁਣ ਤੱਕ ਸਾਡੀ ਜਿਹੜੀ ਹੈ ਡੈਥ ਰਿਪੋਰਟ ਹੋਈ ਹੈ। ਔਰ ਕੱਲ੍ਹ ਦੀਆਂ ਵਿੱਚ ਪਾ ਕੇ ਹੁਣ 101 ਅੱਜ ਦਾ ਸਾਡਾ ਅੰਕੜਾ ਹੈ ਜਿਹੜੀਆਂ ਡੈਥਸ ਦਾ। ਇਹ ਅਨਫੋਰਚੂਨੇਟ ਹੈ ਕਿ ਡੈਥਸ ਦਾ ਸਾਡਾ ਅੰਕੜਾ ਜਿਹੜਾ ਹੈ ਇਹ ਜੋ ਸਾਡੀ ਰੇਸ਼ੋ ਹੈ ਜਿਹਦੀ ਨੈਸ਼ਨਲ ਐਵਰੇਜ ਹੈ ਜਾਂ ਸਟੇਟ ਐਵਰੇਜ 'ਤੇ ਹੈ, ਅੰਮ੍ਰਿਤਸਰ 'ਚ ਫਿਗਰ ਥੋੜ੍ਹੀ ਸਾਡੀ ਜ਼ਿਆਦਾ ਆ ਰਹੀ ਹੈ। ਇਹ ਕਿਤੇ ਨਾ ਕਿਤੇ ਸਾਨੂੰ ਇਹਦੇ 'ਤੇ ਬਹੁਤ ਧਿਆਨ ਦੇਣ ਦੀ ਜੋ ਲੋੜ ਵੀ ਹੈਗੀ ਹੈ। ਔਰ ਸਰਕਾਰ ਵੱਲੋਂ ਸਾਡੇ ਐਡੀਸ਼ਨਲ ਡਿਪਟੀ ਕਮਿਸ਼ਨਰ ਦੀ ਬਕਾਇਦਾ ਡਿਊਟੀ ਗੁਰੂ ਨਾਨਕ ਮੈਡੀਕਲ ਕਾਲਜ ਇਸੇ ਕੰਮ ਲਈ ਲਗਾਈ ਗਈ ਹੈ ਕਿ ਉਹ ਇੱਕ ਪੇਸ਼ੈਂਟ ਜਿਹੜੇ ਕਿ ਇਸ ਵੇਲੇ ਟਰਸ਼ਰੀ ਕੇਅਰ 'ਚ ਸੀਰੀਅਸ ਹਾਲਤ 'ਚ ਨੇ ਉਹਨਾਂ ਦਾ ਉਹ ਖੁਦ ਆਪ ਧਿਆਨ ਰੱਖਣ, ਤਾਂ ਕਿ ਕਿਸੇ ਕਿਸਮ ਦੀ ਮੈਡੀਕਲ ਕੋਤਾਹੀ ਕਰਕੇ ਜਿਹੜਾ ਹੈ ਕਿਸੇ ਦੀ ਜਿਹੜੀ ਹੈ ਜਾਨ ਨਹੀਂ ਜਾਣੀ ਚਾਹੀਦੀ। ਉਹ ਇਸ ਕਰਕੇ ਆਪਣੀ ਉਹ ਬਰੀਕੀ ਨਾਲ ਤੇ ਨਿਗਾਹ ਰੱਖ ਰਹੇ ਹੈਗੇ ਨੇ। ਇਸ ਵੇਲੇ ਸਾਡੇ ਕੋਲ 12 ਪੇਸ਼ੈਂਟ ਆਕਸੀਜਨ ਸਪੋਰਟ ਦੇ ਉੱਤੇ ਨੇ ਸਰਕਾਰੀ ਔਰ ਜਿਹੜੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਕੁੱਲ ਮਿਲਾ ਕੇ, ਔਰ 21 ਪੇਸ਼ੈਂਟ ਸਾਡੇ ਜਿਹੜੇ ਨੇ ICU ਦੇ ਵਿੱਚ ਨੇ। ਸੋ ਔਰ ਵੈਂਟੀਲੇਟਰ ਦੇ ਵਿੱਚ ਜਿਹੜੇ ਹੈਗੇ ਨੇ ਤਕਰੀਬਨ ਸਾਡੇ 5 ਵੈਂਟੀਲੇਟਰ ਦੇ ਪੇਸ਼ੈਂਟ ਸਾਡੇ ਸਰਕਾਰੀ ਹਸਪਤਾਲ 'ਚ ਨੇ। ਔਰ ਜਿਹੜਾ ਹੈਗਾ ਬਾਕੀ ਥਾਵਾਂ 'ਤੇ ਸਿਰਫ ਜਿਹੜਾ ਹੈ ਕਿਤੇ ਹੋਰ ਵੈਂਟੀਲੇਟਰ 'ਤੇ ਸਪੋਰਟ 'ਤੇ ਸਾਡਾ ਕੋਈ ਵੀ ਪੇਸ਼ੈਂਟ ਨਹੀਂ ਹੈ। ਸੋ ਇਸ ਤਰੀਕੇ ਨਾਲ ਅਸੀਂ ਸਾਰੇ ਜਿਹੜੇ ਮਰੀਜ਼ ਨੇ ਉਹਨਾਂ ਦੇ ਉੱਤੇ ਅਸੀਂ ਨਿਗਾਹ ਰੱਖ ਰਹੇ ਹਾਂ ਕਿ ਕੌਣ ਆਕਸੀਜਨ ਸਪੋਰਟ 'ਤੇ ਹੈ, ਉਹਦੀ ਹਾਲਤ ਕੀ ਹੈ, ਹਾਲਤ ਸਥਿਰ ਹੈ, ਠੀਕ ਹੋ ਰਹੀ ਹੈ ਜਾਂ ਵਿਗੜ ਰਹੀ ਹੈ। ਸੋ ਉਹਦੇ ਮੁਤਾਬਕ ਹੀ ਅਸੀਂ ਸਾਰੇ ਜਿਹੜੇ ਹੈ ਆਪਣੇ ਸੀਨੀਅਰ ਡਾਕਟਰ ਸਾਹਿਬਾਨ ਦੀ ਟੀਮ ਨੂੰ ਜਿਹੜਾ ਹੈ ਉਹਨਾਂ ਦੇ ਇਲਾਜ ਲਈ ਲਗਾਉਣੇ ਹੈਗੇ। ਇਸ ਤੋਂ ਬਾਅਦ ਜਿਹੜੀ ਮੇਨ ਸਾਰਿਆਂ ਨਾਲ ਗੱਲ ਕਰਨ ਵਾਲੀ ਇਹ ਹੈ ਕਿ ਤੁਹਾਨੂੰ ਪਤਾ ਹੈ ਕਿ ਇਸ ਬਿਮਾਰੀ ਦੇ ਨਾਲ ਲੜਨ ਲਈ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਪਬਲਿਕ ਥਾਵਾਂ 'ਤੇ ਮਾਸਕ ਦਾ ਪਾਉਣਾ, ਸੋਸ਼ਲ ਡਿਸਟੈਂਸਿੰਗ ਰੱਖਣੀ ਔਰ ਹੱਥਾਂ ਦੀ ਸਫਾਈ ਸੈਨੀਟਾਈਜ਼ਰ ਦੇ ਨਾਲ, ਇਹ ਇੱਕੋ ਇੱਕ ਐਸੇ ਹਥਿਆਰ ਨੇ ਜਿਨ੍ਹਾਂ ਦੇ ਨਾਲ ਆਪਾਂ ਜਿਹੜੀ ਹੈ ਬਿਮਾਰੀ ਨੂੰ ਕਾਫੀ ਹੱਦ ਤੱਕ ਰੋਕ ਸਕਦੇ ਹਾਂ। ਔਰ ਹੁਣ ਤੇ ਇਹ ਚੀਜ਼ ਘਰ ਸਾਰਿਆਂ ਨੂੰ ਪਤਾ ਲੱਗ ਚੁੱਕੀ ਹੈ। ਲੇਕਿਨ ਜਿੱਥੇ ਇੰਨੇ ਸਮੇਂ ਦੇ ਦੌਰਾਨ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਪਤਾ ਲੱਗਾ ਹੈ, ਉੱਥੇ ਕਿਤੇ ਨਾ ਕਿਤੇ ਇਹ ਵੀ ਧਾਰਨਾ ਕੁਝ ਥਾਵਾਂ 'ਤੇ ਪੈਦਾ ਹੋ ਗਈ ਹੈ ਕਿ ਲਓ ਜੀ ਇਹ ਤੇ ਬਿਮਾਰੀ ਦੇ ਨਾਲ ਬਹੁਤਾ ਕੁਝ ਹੁੰਦਾ ਹੀ ਨਹੀਂ ਹੈਗਾ ਔਰ ਅਸੀਂ ਤੇ ਇਹਦੇ ਨਾਲ ਠੀਕ ਹੋ ਜਾਂਦੇ ਹਾਂ, ਤੇ ਐਵੇਂ ਜ਼ਿਆਦਾ ਹਾਈਪ ਕ੍ਰੀਏਟ ਕੀਤੀ ਗਈ ਹੈ ਜੀ। ਔਰ ਮੈਂ ਇਹਦੇ ਬਾਰੇ ਆਪਣੇ ਪੇਂਡੂ ਵੀਰਾਂ ਨੂੰ, ਸ਼ਹਿਰ ਵਾਸੀਆਂ ਨੂੰ ਦੱਸਣਾ ਚਾਹੁੰਦਾ ਹੈ ਕਿ ਇਸ ਬਿਮਾਰੀ ਦੇ ਨਾਲ ਜਿਹੜੀ ਆਪਾਂ ਕਹਿੰਦੇ ਹੁੰਦਾ ਕੁਝ ਨਹੀਂ, ਇਹ ਉਹਨਾਂ ਏਸਿਮਟੋਮੈਟਿਕ ਪੇਸ਼ੈਂਟ ਦੀ ਗੱਲ ਕਰਦੇ ਹੈ ਕਿ ਕਈ ਵਾਰੀ ਜਿਨ੍ਹਾਂ ਨੂੰ ਲੱਛਣ ਵੀ ਨਹੀਂ ਆਉਂਦੇ ਲੇਕਿਨ ਉਹ ਪੋਜ਼ਿਟਿਵ ਹੁੰਦੇ ਨੇ, ਤੇ ਉਹਨਾਂ ਨੂੰ ਲੱਗਦਾ ਵੀ ਇਹ ਤੇ ਸਾਨੂੰ ਕੁਝ ਹੋਇਆ ਹੀ ਨਹੀਂ ਜੀ, ਇਹ ਤੇ ਬਿਲਕੁਲ ਕੋਈ ਖਾਸ ਗੱਲ ਹੀ ਨਹੀਂ ਹੈ। ਲੇਕਿਨ ਉਹ ਇਹ ਗੱਲ ਭੁੱਲ ਜਾਂਦੇ ਨੇ ਕਿ ਕਿਤੇ ਨਾ ਕਿਤੇ ਉਹਨਾਂ ਦੇ ਪਰਿਵਾਰਾਂ 'ਚ ਬਜ਼ੁਰਗ, ਉਹਨਾਂ ਦੇ ਛੋਟੇ ਬੱਚੇ ਔਰ ਇਹੋ ਜਿਹੇ ਵਿਅਕਤੀ ਵੀ ਹੈਗੇ ਨੇ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਕਿਸੇ ਨੂੰ ਕਿਡਨੀ ਦੀ ਬਿਮਾਰੀ, ਕਿਸੇ ਨੂੰ ਸਾਹ ਦੀ ਤਕਲੀਫ ਔਰ ਕਿਸੇ ਨੇ ਕੋਈ ਰੀਸੈਂਟਲੀ ਆਪਰੇਸ਼ਨ ਕਰਾਇਆ ਹੈ
ਉਹ ਐਸੇ ਪੇਸ਼ੈਂਟ ਨੇ ਕਿ ਕਿਤੇ ਨਾ ਕਿਤੇ ਜੇ ਤੰਦਰੁਸਤ ਬੰਦਾ, ਭਾਵੇਂ ਉਹ ਏਸਿਮਟੋਮੈਟਿਕ ਆਪਣੇ ਆਪ ਨੂੰ ਸਮਝ ਰਿਹਾ ਹੈ ਕਿ ਮੈਨੂੰ ਤੇ ਕੋਈ ਲੱਛਣ ਨਹੀਂ, ਨਾ ਬੁਖਾਰ ਹੈ ਨਾ ਖਾਂਸੀ ਹੈ, ਭਾਵੇਂ ਉਹ ਪੋਜ਼ਿਟਿਵ ਹੈ, ਲੇਕਿਨ ਉਹ ਯਾਦ ਰੱਖੇ ਕਿ ਉਹ ਇਹ ਬਿਮਾਰੀ ਕਿਸੇ ਨਾ ਕਿਸੇ ਦੂਸਰੇ ਬੰਦੇ ਨੂੰ ਇਮੀਡੀਏਟਲੀ ਦੇ ਸਕਦਾ ਹੈ, ਔਰ ਉਹਦੇ 'ਚ ਉਹਨਾਂ ਦਾ ਪਰਿਵਾਰ ਦਾ ਆਪਣਾ ਬੰਦਾ ਵੀ ਸ਼ਾਮਲ ਹੋ ਸਕਦਾ ਹੈ, ਔਰ ਹੋ ਸਕਦਾ ਹੈ ਉਹ ਬਿਮਾਰ ਹੋਵੇ। ਔਰ ਕਿਤੇ ਨਾ ਕਿਤੇ ਕੋਵਿਡ ਦੇ ਵਿੱਚ ਇਹ ਦੇਖਿਆ ਗਿਆ ਹੈ ਕਿ ਜਿਹੜੇ ਬੰਦੇ ਨੂੰ ਇਸ ਤਰ੍ਹਾਂ ਦੀਆਂ ਅਲਾਮਤਾਂ ਪਹਿਲਾਂ ਹੀ ਹੈਗੀਆਂ ਨੇ, ਉਹ ਕਿਤੇ ਨਾ ਕਿਤੇ ਜ਼ਿਆਦਾ ਇਸ ਬਿਮਾਰੀ ਦੀ ਗ੍ਰਿਫਤ 'ਚ ਆਉਂਦਾ ਹੈਗਾ, ਔਰ ਅਸੀਂ ਜਿਹੜਾ ਹੈ ਉਹਨਾਂ ਨੂੰ ਫਿਰ ਬਾਅਦ 'ਚ ਨਹੀਂ ਬਚਾ ਪਾਉਂਦੇ। ਸੋ ਕਿਤੇ ਨਾ ਕਿਤੇ ਆਪਾਂ ਇਸ ਸੰਜੀਦਗੀ ਨੂੰ ਸਮਝੀਏ ਕਿ ਇਹ ਸਿੰਪਟੋਮੈਟਿਕ ਪੇਸ਼ੈਂਟਸ ਨੂੰ ਆਪਾਂ ਇਹ ਨਾ ਲੈ ਕੇ ਚੱਲੀਏ ਜੀ ਇਹਨਾਂ ਨੂੰ ਤੇ ਕੁਝ ਹੁੰਦਾ ਹੀ ਨਹੀਂ ਹੈ, ਦੇ ਆਰ ਕੈਰੀਅਰਸ, ਔਰ ਇਹ ਬਿਮਾਰੀ ਗਾਂ ਫੈਲਾ ਰਹੇ ਨੇ, ਔਰ ਉਹ ਉਹਨਾਂ ਬੰਦਿਆਂ ਤੱਕ ਇਹ ਜਾਂਦੀ ਹੈ ਜਿਨ੍ਹਾਂ ਬੰਦਿਆਂ ਲਈ ਕਈ ਵਾਰੀ ਇਹ ਜਾਨਲੇਵਾ ਸਾਬਤ ਹੋ ਜਾਂਦੀ ਹੈ। ਸੋ ਕਿਰਪਾ ਕਰਕੇ ਇਸ ਸੋਚ ਨੂੰ ਆਪਾਂ ਥੋੜਾ ਜਿਹਾ ਇਸ ਨੂੰ ਲੈ ਕੇ ਚੱਲੀਏ ਕਿ ਆਪਾਂ ਇਸ ਬਿਮਾਰੀ ਦੇ ਕੈਰੀਅਰ ਵੀ ਨਾ ਬਣੀਏ, ਔਰ ਪਰਹੇਜ਼ ਰੱਖੀਏ, ਕਿਉਂਕਿ ਜਿੰਨਾ ਆਪਾਂ ਪਰਹੇਜ਼ ਰੱਖਾਂਗੇ ਆਪਾਂ ਆਪਣਾ ਤੇ ਲੋਕਾਂ ਦਾ ਬਚਾਅ ਕਰ ਪਾਵਾਂਗੇ। ਦੂਸਰੀ ਜਿਹੜੀ ਚੀਜ਼ ਸਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਔਰ ਤੁਹਾਨੂੰ ਬੇਨਤੀ ਵੀ ਕਰਨੀ ਹੈ ਕਿ ਸਾਡੇ ਧਿਆਨ 'ਚ ਆਇਆ ਹੈਗਾ ਕਿ ਜਦੋਂ ਵੀ ਸਾਡੇ ਡਾਕਟਰਸ ਦੀਆਂ ਸੈਂਪਲਿੰਗ ਲਈ ਟੀਮਾਂ ਜਾਂਦੀਆਂ ਨੇ, ਉਹ ਸੈਂਪਲਿੰਗ ਦੀਆਂ ਟੀਮਾਂ ਦਾ ਬਹੁਤ ਕਈ ਵਾਰੀ ਭਾਰੀ ਵਿਰੋਧ ਕੀਤਾ ਜਾਂਦਾ ਹੈ। ਪਰਿਵਾਰਾਂ ਵੱਲੋਂ ਉਹਨਾਂ ਦੇ ਨਾਲ ਇਸ ਗੱਲ ਦਾ ਰੋਸਾ ਕੀਤਾ ਜਾਂਦਾ ਹੈ ਕਿ ਲਓ ਜੀ ਅਸੀਂ ਤਾਂ ਆਪਣੇ ਨਹੀਂ ਦੇਣੇ, ਤੁਸੀਂ ਸਾਨੂੰ ਕਿਉਂ ਤੰਗ ਕਰ ਰਹੇ ਆ, ਅਸੀਂ ਤੁਹਾਨੂੰ ਸੈਂਪਲ ਨਹੀਂ ਦੇਣੇ। ਔਰ ਉਹਨਾਂ ਦੇ ਬਾਰ-ਬਾਰ ਕਈ ਵਾਰੀ ਸਾਡੇ ਡਾਕਟਰ ਸਾਹਿਬਾਂ ਨੂੰ ਹਾੜੇ ਕੱਢਣੇ ਪੈਂਦੇ ਨੇ ਕਿ ਨਹੀਂ ਜੀ ਤੁਹਾਡੀ ਸਿਹਤ ਲਈ ਹੈ ਤੇ ਤੁਸੀਂ ਦੇ ਦਿਓ। ਮੈਂ ਇਹਦੇ ਬਾਰੇ ਬੇਨਤੀ ਕਰਨੀ ਹੈ ਕਿ ਜਿਹੜੀ ਸੈਂਪਲਿੰਗ ਹੈ, ਜਿੰਨੀ ਵੱਧ ਤੋਂ ਵੱਧ ਸੈਂਪਲਿੰਗ ਹੋਏਗੀ ਜੀ, ਉਨਾ ਵੱਧ ਤੋਂ ਵੱਧ ਬਿਮਾਰੀ ਦਾ ਪਤਾ ਲੱਗੇਗਾ, ਔਰ ਉਨੀ ਵੱਧ ਤੋਂ ਵੱਧ ਸਾਡੀ ਡੈਥ ਰੇਟ ਜਿਹੜੀ ਹੈ ਇਹਦੇ ਨਾਲ ਘਟੇਗੀ। ਸੋ ਇਸ ਕਰਕੇ ਸੈਂਪਲਿੰਗ ਜਿਹੜੀ ਹੈ ਤੁਹਾਡੇ ਗਲੇ 'ਚੋਂ ਜਾਂ ਨੱਕ 'ਚੋਂ ਕਿਤੇ ਕੋਈ ਫਰਕ ਨਹੀਂ ਪੈਂਦਾ, ਇੱਕ ਸੈਂਪਲਿੰਗ ਦਿਓ। ਪਹਿਲਾਂ ਤੁਹਾਡੇ ਮਨਾਂ 'ਚ ਇਹ ਡਰ ਹੁੰਦਾ ਸੀ ਜੀ ਪੋਜ਼ਿਟਿਵ ਆ ਜੇ ਸਾਨੂੰ ਹਸਪਤਾਲ ਜਾਣਾ ਪੈਣਾ ਹੈ। ਹੁਣ ਤਾਂ ਸਰਕਾਰ ਵੱਲੋਂ ਇਹ ਵੀ ਅਸੀਂ ਕਰ ਦਿੱਤਾ ਹੈ ਕਿ ਜੇ ਕਿਸੇ ਦੇ ਘਰ ਦੇ ਵਿੱਚ ਉਹਦੇ ਲਈ ਕੋਈ ਪ੍ਰੋਪਰ ਜਗ੍ਹਾ ਰਹਿਣ ਲਈ ਹੈਗੀ ਹੈ, ਔਰ ਅਸੀਂ ਉਹਨਾਂ ਨੂੰ ਉੱਥੇ ਹੀ ਉਹਨਾਂ ਦੇ ਘਰਾਂ 'ਚ ਹੀ ਹੋਮ ਕੁਆਰੰਟਾਈਨ ਕਰ ਰਹੇ ਹਾਂ, ਔਰ ਇਹ ਹਦਾਇਤ ਕਰ ਰਹੇ ਹਾਂ ਕਿ ਤੁਸੀਂ ਸਿਰਫ ਲੋਕਾਂ ਨੂੰ ਮਿਲਣਾ ਗਿਲਣਾ ਬੰਦ ਕਰੋ, ਔਰ ਉਹਨਾਂ ਚਿਰ ਜਿੰਨਾ ਚਿਰ ਤੁਹਾਡੀ ਬਿਮਾਰੀ ਲਈ 14 ਦਿਨ ਪੂਰੇ ਨਹੀਂ ਹੋ ਜਾਂਦੇ ਤੁਸੀਂ ਬਾਹਰ ਨਾ ਵਿੱਚੋ। ਸੋ ਇੰਨੀ ਕੁ ਗੱਲ ਦੇ ਨਾਲ ਜੇ ਆਪਾਂ ਸੈਂਪਲਿੰਗ ਦੇ ਕੇ ਸਮਾਜਿਕ ਤੌਰ ਤੇ ਮਦਦ ਕਰ ਸਕਦੇ ਹਾਂ ਤੇ ਮੇਰੇ ਖਿਆਲ ਸਭ ਨੂੰ ਆਪਾਂ ਨੂੰ ਕਰਨੀ ਚਾਹੀਦੀ ਹੈ। ਦੂਸਰੀ ਜਿਹੜੀ ਹੈ ਕਿ ਅਸੀਂ ਹੁਣ ਚੀਜ਼ ਕਰ ਰਹੇ ਹਾਂ ਕਿ ਸਾਡੇ ਜਿਹੜੇ ਦੁਕਾਨਦਾਰ ਵੀਰ ਨੇ, ਸਾਡੀਆਂ ਖਾਣੇ ਦੀਆਂ ਦੁਕਾਨਾਂ ਨੇ, ਢਾਬੇ ਨੇ, ਉਹ ਅਜਿਹੇ ਲੋਕ ਨੇ ਜਿਨ੍ਹਾਂ ਦੇ ਕੋਲ ਸਵੇਰ ਤੋਂ ਲੈ ਕੇ ਸ਼ਾਮ ਤੱਕ 200 300 ਆਦਮੀ ਹੋ ਕੇ ਜਾਂਦਾ ਹੈ, ਔਰ ਜਿਹੜਾ ਉਹ 200 ਆਦਮੀ ਹੈਗਾ ਕੋਈ ਪਤਾ ਨਹੀਂ ਲੱਗਦਾ ਵੀ ਕਈ ਵਾਰੀ ਉਹਨਾਂ 'ਚੋਂ ਕੌਣ ਬਿਮਾਰ ਹੈ। ਵੈਸੇ ਤੇ ਉਹਨਾਂ ਨੇ ਮਾਸਕ ਪਾਇਆ ਹੋਣਾ ਚਾਹੀਦਾ, ਪਰ ਫਿਰ ਵੀ ਜੇ ਕੋਈ ਅਣਗਹਿਲੀ ਕਰਦਾ ਹੈ ਤੇ ਹੋ ਸਕਦਾ ਉਹ ਬਿਮਾਰੀ ਉਸ ਦੁਕਾਨਦਾਰ ਤੱਕ ਪਹੁੰਚ ਜਾਵੇ। ਔਰ ਜੇ ਦੁਕਾਨਦਾਰ ਇਸ ਤਰ੍ਹਾਂ ਨਾਲ ਰੋਗਗ੍ਰਸਤ ਹੁੰਦਾ ਹੈ ਤੇ ਉਹਦੇ ਕੋਲੋਂ ਪੋਟੈਂਸ਼ੀਅਲ ਉਸ ਬਿਮਾਰੀ ਨੂੰ ਫੈਲਾਉਣ ਦਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਉਹ ਜਿੰਨੇ ਗਾਹਕ ਉੱਥੇ ਆਉਣਗੇ ਔਰ ਜਿਹੜੇ ਜ਼ਿਆਦਾ ਉਹਦੇ ਸੰਪਰਕ 'ਚ ਰਹਿਣਗੇ, ਉਹ ਬਿਮਾਰੀ ਉਹਨਾਂ ਨੂੰ ਵੀ ਟ੍ਰਾਂਸਫਰ ਕਰ ਸਕਦਾ ਹੈ। ਸੋ ਅਸੀਂ ਹੁਣ ਕੀ ਕੀਤਾ ਹੈ, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅਸੀਂ ਸਪੈਸ਼ਲ ਇੱਕ ਮੋਬਾਈਲ ਵੈਨ ਪਹਿਲਾਂ ਚੱਲ ਰਹੀ ਹੈ, ਇੱਕ ਮੋਬਾਈਲ ਵੈਨ ਅਸੀਂ ਦੂਸਰੀ ਸ਼ੁਰੂ ਕਰ ਰਹੇ ਹਾਂ, ਔਰ ਉਹਦਾ ਕੰਮ ਸਿਰਫ ਇਹੀ ਹੋਏਗਾ ਵੀ ਜਿੱਥੇ ਜ਼ਿਆਦਾ ਲੋਕ ਢੁਕਦੇ ਨੇ ਉਹਨਾਂ ਲੋਕਾਂ ਦੇ ਵੀ ਸੈਂਪਲ ਲੈ ਲਈਏ ਤਾਂ ਕਿ ਇਹ ਪਤਾ ਹੋਵੇ ਕਿਤੇ ਉਹ ਬਿਮਾਰ ਤੇ ਨਹੀਂ ਹਨ। ਸੋ ਮੇਰੀ ਇਹ ਬੇਨਤੀ ਹੈ ਸਾਰਿਆਂ ਨੂੰ ਕਿ ਤੁਸੀਂ ਜਦੋਂ ਸਾਡੀ ਮੋਬਾਈਲ ਵੈਨ ਆਵੇ ਤੇ ਜ਼ਰੂਰ ਆਪਣਾ ਜਿਹੜਾ ਹੈਗਾ ਤੁਸੀਂ ਸੈਂਪਲ ਦਿਓ, ਕਿਉਂਕਿ ਸੈਂਪਲ ਬੜਾ ਜ਼ਰੂਰੀ ਹੈ ਔਰ ਤੁਹਾਡਾ ਸਹਿਯੋਗ ਉਹਦੇ ਲਈ ਸਾਨੂੰ ਜ਼ਰੂਰ ਚਾਹੀਦਾ ਹੈ। ਔਰ ਉਮੀਦ ਕਰਦੇ ਹਾਂ ਕਿ ਇਸ ਛੋਟੀ ਜਿਹੀ ਚੀਜ਼ ਵਾਸਤੇ ਸਾਨੂੰ ਕੋਈ ਸਖਤ ਰਵੱਈਆ ਨਹੀਂ ਅਪਣਾਉਣਾ ਪਏਗਾ, ਇਹਦੇ ਲਈ ਤੁਸੀਂ ਆਪਣਾ ਪੂਰਾ ਸਹਿਯੋਗ ਦਿਓ। ਸੋ ਇਸ ਵਾਰ ਤੁਹਾਨੂੰ ਅਸੀਂ ਇੰਨੀ ਹੀ ਬੇਨਤੀ ਕਰਨੀ ਹੈ ਕਿ ਇਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਸਹਿਯੋਗ ਦਿਓ। ਅਗਲੇ ਹਫਤੇ ਅਸੀਂ ਉਮੀਦ ਕਰਦੇ ਹਾਂ ਕਿ ਜੇ 3-4 ਮਹੀਨੇ ਅਸੀਂ ਇਸੇ ਤਰੀਕੇ ਨਾਲ ਜ਼ਿੰਮੇਵਾਰੀ ਨਾਲ ਲੱਗੇ ਰਹੀਏ ਤੇ ਅੰਮ੍ਰਿਤਸਰ ਸ਼ਹਿਰ ਜਿਹੜਾ ਹੈ, ਜਿੰਨੇ ਕਿ ਪਹਿਲਾਂ ਵੀ ਆਪਣੇ ਆਪ ਨੂੰ ਬਹੁਤ ਕੰਟਰੋਲ ਕੀਤਾ ਔਰ ਬਿਮਾਰੀ ਨੂੰ ਕਾਫੀ ਥੱਲੇ ਲੈ ਜਾਂਦਾ ਹੈ, ਅਗਾਂਹ ਵੀ ਪੂਰਾ ਜਿਹੜਾ ਹੈ ਇਹਦੇ 'ਤੇ ਧਿਆਨ ਰੱਖਣਗੇ ਔਰ ਆਪਾਂ ਅੰਮ੍ਰਿਤਸਰ 'ਚੋਂ ਬਿਮਾਰੀ ਨੂੰ ਕੱਢ ਪਾਵਾਂਗੇ। ਧੰਨਵਾਦ। ਜੈ ਹਿੰਦ।